ਜੀ अस्सलाम वालेकुम सर। मैं नज़र अब्बास लंदन ਤੋਂ ਗੱਲ ਅੱਜ ਫੇਰ ਪੰਜਾਬੀ ਚ ਕਰਨ ਨੂੰ ਦਿਲ ਕੀਤਾ। ਉਹਦੀ ਵਜ੍ਹਾ ਹੈ ਕਿ ਪੰਜਾਬ ਦੇ ਸੂਬੇ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਇਸ ਵੇਲੇ ਸਿਵਲ ਡਿਸਓਬੀਡੀਐਂਸ ਦੀ। ਜੋ ਤਹਿਰੀਕਾਂ ਚੱਲ ਰਹੀਆਂ, ਸਿਵਲ ਨਾਫਰਮਾਨੀ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਉੱਤੇ ਇਹਨਾਂ ਨੂੰ ਜ਼ਿਆਦਾ ਲੋੜ ਹੈ ਬਾਕੀ ਕਿਸੇ ਹੋਰ ਨਾਲੋਂ। ਇਸ ਲਈ ਪੰਜਾਬੀ ਚ ਗੱਲ ਕਰ ਰਹੇ ਹਾਂ। ਅੱਛਾ ਜੀ, ਇੱਕ ਹੋਰ ਕਾਲਾ ਦਿਨ, ਸਿਆਹ ਦਿਨ ਪਾਕਿਸਤਾਨ ਦੀ ਤਾਰੀਖ ਦਾ ਇੱਕ ਹੋਰ ਦਿਨ। ਮੈਨੂੰ ਲੱਗਦਾ ਹੁਣ ਕਾਲੇ ਦਿਨ ਬਹੁਤੇ ਨੇ ਤੇ ਚਿੱਟੇ ਦਿਨ ਕੋਈ ਖਾਸ ਰਹਿ ਨਹੀਂ ਗਏ। ਹਨੇਰੇ ਹਨੇਰੇ ਦਿਨ ਨੇ ਤੇ ਕਾਲੇ ਕਾਲੇ ਦਿਨ ਨੇ। ਯਾਨੀ ਇਹਨਾਂ ਨੇ 25 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਨੇ ਮਿਲਟਰੀ ਕੋਰਟ ਤੋਂ, ਸਜ਼ਾਵਾਂ ਦਿੱਤੀਆਂ ਨੇ ਫੌਜੀ ਅਦਾਲਤਾਂ ਨੇ। ਫੌਜੀ ਅਦਾਲਤਾਂ ਦਾ ਕਨਸੈਪਟ ਜਿਹੜਾ ਹੈ ਇਹ ਮੁੱਕ ਗਿਆ ਆ, ਅਰਸਾ ਦਰਾਜ਼ ਹੋਇਆ। ਔਰ ਦੁਨੀਆ ਦੇ ਤਮਾਮ ਕਾਨੂੰਨ, ਦੁਨੀਆ ਦੇ ਤਮਾਮ ਮੁਲਕ ਜਿੱਥੇ ਜਿੱਥੇ ਕੋਈ ਇਨਸਾਨ ਵਸਦੇ ਨੇ, ਉੱਥੇ ਉਹਨਾਂ ਮੁਲਕਾਂ 'ਚ ਚੀਜ਼ ਖਤਮ ਹੋ ਗਈ ਹੈ ਕਿ ਅਦਾਲਤਾਂ ਜਿਹੜੀਆਂ ਨੇ ਨਾ, ਉਹ ਜਿਹੜੀਆਂ ਸਿਵਲ ਅਦਾਲਤਾਂ ਹੀ ਫੈਸਲਾ ਕਰਨਗੀਆਂ। ਕਿਉਂਕਿ ਉਹਨਾਂ ਦਾ ਪ੍ਰੋਸੀਜਰ ਹੁੰਦਾ ਅਦਾਲਤਾਂ ਦਾ, ਗਵਾਹ ਹੁੰਦੇ ਨੇ, ਮੁੱਦਈ ਹੁੰਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ। ਉਹਦੇ ਮੁਤਾਬਕ ਫਿਰ ਜੱਜ ਫੈਸਲੇ ਕਰਦੇ ਨੇ ਵੀ ਇਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਕਿਸੇ ਬੰਦੇ ਨੂੰ ਉਹਦਾ ਜੁਰਮ ਕੀ ਹੈ। ਉਹਦੇ ਮੁਤਾਬਕ ਸ਼ਹਾਦਤਾਂ ਹੁੰਦੀਆਂ ਨੇ, ਐਵੀਡੈਂਸ ਹੁੰਦੇ, ਲੋਕੀ ਆ ਕੇ ਦੱਸਦੇ ਨੇ। ਉਹ ਸਾਰਾ ਇੱਕ ਪ੍ਰੋਸੀਜਰ ਹੈ, ਉਹ ਸਾਰਾ ਇੱਕ ਲੰਬਾ ਚੌੜਾ ਸਿਲਸਿਲਾ ਹੈ ਜਿਹਦੇ ਵਿੱਚ ਉਹ ਫੌਜ 'ਚ ਨਹੀਂ ਹੁੰਦਾ। ਫੌਜ 'ਚ ਹੁੰਦਾ ਇੱਕ ਮੇਜਰ ਬੈਠਾ ਹੁੰਦਾ ਜਾਂ ਕਰਨੈਲ ਬੈਠਾ ਹੁੰਦਾ, ਇੱਕ ਫੌਜੀ ਆਉਂਦਾ, ਉਹ ਦੱਸਦਾ ਨੇ ਇਹ ਕੀਤਾ, ਤੇ ਉਹ ਬੰਦੇ ਨੂੰ ਪੁੱਛਦੇ ਤੂੰ ਕੀ ਕੀਤਾ, ਉਹ ਅੱਗੇ ਡਰਿਆ ਬੈਠਾ ਹੁੰਦਾ, ਜਾਂ ਉਹਨੂੰ ਫੋਰਸ ਕਰ ਲੈਂਦੇ ਨੇ, ਜਾਂ ਉਹਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਕੋਈ ਨਾ ਕੋਈ ਬਿਆਨ ਲੈ ਲੈਂਦੇ ਨੇ। ਤੇ ਉਹ ਫੌਜੀ ਅਦਾਲਤਾਂ ਦਾ ਇਦਾਂ ਹੀ ਹੈ, ਬੜਾ ਮਸ਼ਹੂਰ ਹੈ ਫੌਜੀ ਅਦਾਲਤਾਂ ਦਾ ਕਿ ਇਹਨਾਂ ਦਾ ਕੋਈ ਸਿਰ ਪੈਰ ਨਹੀਂ ਹੈਗਾ, ਬੜਾ ਲੰਬੀ ਗੱਲ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ, ਜਿਹਨੇ 25 ਬੰਦੇ ਨੂੰ ਸਜ਼ਾ ਦੇ ਦਿੱਤੀ, 2 ਸਾਲ ਤੋਂ ਲੈ ਕੇ 10 ਸਾਲ ਤੋਂ ਲੈ ਕੇ 2 ਸਾਲ ਤੱਕ ਸਜ਼ਾਵਾਂ ਦੇ ਦਿੱਤੀਆਂ। ਅੱਛਾ, ਉਹਨਾਂ 'ਚ ਇੱਕ ਮੁੰਡਾ ਐਸਾ ਵੀ ਹੈ ਜਿਹਦੀ ਵੀਡੀਓ ਆਮ ਹੋਈ ਪਈ ਹੈ, ਸਾਰ ਪਾਸੇ ਲੱਗੀ ਹੈ, ਟਵਿੱਟਰ ਤੇ ਵੀ ਲੱਗੀ ਹੈ, ਇੰਸਟਾਗ੍ਰਾਮ ਤੇ ਵੀ ਲੱਗੀ ਹੈ, ਟਿਕਟੌਕ ਤੇ ਵੀ ਲੱਗੀ ਹੈ। ਉਹ ਬੰਦਾ ਕਹੀ ਜਾ ਰਿਹਾ ਕਿ ਜਿਹੜੇ ਤੋੜ ਫੋੜ ਕਰ ਰਹੇ ਲੋਕ ਅੰਦਰ ਬੜੇ ਠੀਕ ਨਹੀਂ ਕਰ ਰਹੇ। ਉਸ ਬੰਦੇ ਨੂੰ ਵੀ 6 ਸਾਲ ਦੀ ਸਜ਼ਾ ਦੇ ਦਿੱਤੀ ਉਹਨਾਂ ਨੇ। ਅਦਾਲਤਾਂ ਦਾ, ਫੌਜੀ ਅਦਾਲਤਾਂ ਦੇ ਹਿਸਾਬ ਕਿਤਾਬ ਹੈ। ਅੱਛਾ, ਹੁਣ 12 ਕਤਲ ਕਰਨ ਤੋਂ ਬਾਅਦ ਇਹਨਾਂ ਨੇ ਇਹ ਸਜ਼ਾਵਾਂ ਦਿੱਤੀਆਂ। ਤੁਸੀਂ ਅੰਦਾਜ਼ਾ ਲਾ ਲਓ ਕਿ 12 ਤਰੀਕ ਨੂੰ ਜਿਹਨਾਂ ਨੇ ਬੰਦਿਆਂ ਤੇ ਹਮਲਾ ਕੀਤਾ, ਹੁਣ ਤੁਹਾਨੂੰ ਸਮਝ ਲੱਗਣੀ ਚਾਹੀਦੀ ਵੀ ਚਾਹੁੰਦੇ ਕੀ ਸੀ। ਚਾਹੁੰਦੇ ਇਹ ਸੀ ਕਿ 26 ਤਰੀਕ ਨੂੰ ਵੀ ਇਹਨਾਂ ਨੂੰ ਭੁੱਖਿਆ ਰੱਖਿਆ ਜਾ ਸਕਦਾ ਸੀ, ਪੁਲਿਸ ਰੋਕ ਸਕਦੀ ਸੀ, 2 ਦਿਨ ਬੈਠੇ ਰਹਿਣ ਦਿੰਦੇ, ਸਰਦੀ 'ਚ ਬਹਿਣ ਦਿੰਦੇ, 10 ਦਿਨ ਬਹਿਣ ਦਿੰਦੇ, ਉਹਨਾਂ ਨੂੰ ਭੁੱਖ ਨੰਗ ਹੁੰਦੀ। ਇਹਤਜਾਜ ਕਿੰਨੇ ਆ ਚੁੱਕੇ ਆ, ਕਿੰਨੇ ਲੋਕੀ ਗਏ ਆ ਉੱਥੇ ਇਹਤਜਾਜ ਕਰਨ ਵਾਸਤੇ। ਕਦੀ ਕਿਸੇ ਨਾਲ ਇਦਾਂ ਨਹੀਂ ਕੀਤਾ ਇਹਨਾਂ ਨੇ। ਕਿਉਂ ਕੀਤਾ ਇਹਨਾਂ ਨੇ? ਇਸ ਲਈ ਕੀਤਾ, ਡਰਾਉਣ ਧਮਕਾਉਣ ਦਾ ਇਹਨਾਂ ਨੇ ਬੇੜਾ ਚੁੱਕਿਆ ਵੀ ਅਸੀਂ ਵੀ ਨਾ ਇਸ ਕੌਮ ਨੂੰ ਇੰਨਾ ਕੁ ਡਰਾ ਦਿਓ, ਇੰਨਾ ਕੁ ਤਰਾਹ ਕੱਢ ਦਿਓ ਕਿ ਬਾਹਰ ਹੀ ਨਾ ਨਿਕਲਣ, ਆਪਣੇ ਅੰਦਰਾਂ 'ਚ ਜਾ ਕੇ ਬਹਿ ਜਾਣ ਤੇ ਸਾਡੀ ਲੈ ਕੇ ਤਸਬੀਹ ਹਰ ਵੇਲੇ ਸਾਡਾ ਮਣਕਾ ਸਿੱਟਦੇ ਰਹਿਣ ਕਿ ਸਾਡੀ ਤਸਬੀਹ ਹੁੰਦੀ ਰਹੇ, ਸਾਡੀ ਗੱਲ ਹੁੰਦੀ ਰਹੇ। ਅੱਛਾ ਸਰ, ਗੱਲ ਇਸ ਤਰ੍ਹਾਂ ਹੈ ਕਿ ਇਹਦਾ ਹੁਣ ਤੋੜ ਕੀ ਹੈ? ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਕੌਮ ਹੁਣ ਹਿੱਲੇ ਬੋਲੇ ਕੋਈ ਨਾ, ਇਮਰਾਨ ਖਾਨ ਅੰਦਰ ਪਿਆ ਰਵੇ ਤੇ ਸਾਡੀਆਂ ਲੱਗੀਆਂ ਇਹਨਾਂ ਨੂੰ ਮੌਜਾਂ, ਅਸੀਂ ਬਾਹਰ ਬੈਠੇ ਰਹੀਏ। ਬਾਕੀ ਰਹਿ ਕੇ ਨਵਾਜ਼ ਸ਼ਰੀਫ, ਸ਼ਬਾਜ਼ ਸ਼ਰੀਫ, ਉਹ ਕਹਿੰਦੇ ਵੀ ਇਹ ਲੜਨ ਡਈ ਫੌਜ ਜਾਣੇ, ਫੌਜ ਦਾ ਕੰਮ ਜਾਣੇ, ਹਰ ਗੱਲ ਫੌਜ 'ਚ ਪਾ ਦਿੰਦੇ ਵੀ ਤੁਸੀਂ ਲਿਆਂਦਾ ਤਾਂ ਤੁਸੀਂ ਆਪੇ ਸੰਭੋ। ਫੌਜ ਨੂੰ ਆਂਦੇ ਨੇ ਵੀ ਤੁਸੀਂ ਲਿਆਂਦਾ ਤੁਸੀਂ ਆਪੇ ਸੰਭੋ, ਸਾਨੂੰ ਕੀ ਆਂਦੇ ਜੇ, ਸਾਨੂੰ ਕੀ ਕਹਿੰਦੇ ਜੇ, ਅਸੀਂ ਹੁਣ ਕੀ ਕਰਨਾ ਜੇ, ਜੋ ਕਰਨਾ ਜਨਾਬ ਸਰਕਾਰ ਤੁਸੀਂ ਕਰਨਾ, ਆਸਮ ਮੁਨੀਰ ਸਾਹਿਬ ਤੁਸੀਂ ਕਰਨਾ। ਤੁਸੀਂ ਵਾਅਦੇ ਕੀਤੇ ਸਾਡੇ ਨਾਲ ਕਿ ਅਸੀਂ ਤੁਹਾਨੂੰ ਹਕੂਮਤ ਬਣਾ ਕੇ ਦਿਖਾਵਾਂਗੇ। ਉਹ ਇਹਨਾਂ ਡਟ ਕੇ ਕਿਹਾ, ਇਹਨਾਂ ਕਿਹਾ ਜੀ ਨਾ ਤੁੰਨ ਕੇ ਰੱਖ ਦਿਆਂਗੇ ਅਸੀਂ ਤੇ ਵੇਖ ਲਾਂਗੇ। ਤੇ 26 ਤਰੀਕ ਨੂੰ ਵੀ ਸੁਣਨ 'ਚ ਆਇਆ, ਆਸਮ ਸਾਹਿਬ ਨੇ ਕਿਹਾ ਜਾਂ ਇਹ ਰਹਿਣਗੇ ਜਾਂ ਅਸੀਂ ਰਹਾਂਗੇ। ਤੇ ਸਰ ਹੁਣ ਟਾਈਮ ਇਸ ਪਾਸੇ ਜਾ ਰਿਹਾ ਕਿ ਹੁਣ ਇਹ ਤੇ ਰਹਿਣਗੇ, ਤੁਸੀਂ ਨਹੀਂ ਜੀ ਰਹਿਣਾ। ਆਸਮ ਸਾਹਿਬ ਤੁਸੀਂ ਨਹੀਂ ਜੀ ਰਹਿਣਾ, ਹੁਣ ਤੁਹਾਡੀ ਹਕੂਮਤਾਂ ਨਹੀਂ ਜੀ, ਨਹੀਂ ਹੁਣ ਨਹੀਂ ਰਹਿਣਾ। ਤੇ ਉਹਦੇ ਵਾਸਤੇ ਅੱਛਾ ਜੀ, ਗੱਲ ਮੈਂ ਜੇ ਮੈਂ ਕਰਾਂ ਉਹ ਰਵਾਨੀ ਜਿੰਨਾ ਕਿਸੇ ਹੋਰ ਪਾਸੇ ਤੁਰ ਜਾਂਦਾ, ਮੈਂ ਮੇਰੀ ਬਿਮਾਰੀ ਹੈ, ਮੈਨੂੰ ਮੈਂ ਗੱਲ ਕਰਦੇ ਕਿਤੇ ਖੱਬੇ ਸੱਜੇ ਹੋ ਜਾਂਦਾ, ਤੇ ਮਾਫ ਕਰਿਆ ਜੇ। ਅੱਛਾ, ਗੱਲ ਇਹ ਹੈ ਕਿ ਜੀ ਇਹਨਾਂ ਨੇ 12 ਕਤਲ ਕੀਤੇ, ਇਹਨਾਂ ਦਾ ਆਖਰੀ ਪਤਾ ਸੀ, ਇਹਨਾਂ ਚੱਲ ਲਿਆ। ਇਹ 25 ਸਜ਼ਾਵਾਂ ਤੇ ਕੋਈ ਛੋਟੀ ਜਿਹੀ ਮਾਮੂਲੀ ਜਿਹੀ ਗੱਲ ਆ। ਇਹ ਵੀ ਇਹਨਾਂ ਨੇ ਕਸ਼ਕਾ ਪਾਇਆ ਔਰ ਆ ਕੇ ਇਹਨਾਂ ਟੀਵੀ ਤੇ ਕਹਿ ਦਿੱਤਾ ਕਿ ਨੌਜਵਾਨਾਂ ਨੂੰ ਇਹ ਜਿਹੜਾ ਨਾ ਇਹ ਸਬਕ ਹੈ। ਅੱਛਾ, ਦੂਜੇ ਪਾਸੇ ਕੁਵੇਟੇ ਦੇ ਵਿੱਚ ਬਹਿ ਕੇ ਜਨਰਲ ਸਾਹਿਬ ਇੱਕ ਕਹਿੰਦੇ ਪਏ ਨੇ ਜੀ ਮੁਜ਼ਾਕਰਾਤ ਦੀ ਗੱਲ ਕਰਦੇ ਪਏ ਨੇ। ਹੁਣ ਮੁਜ਼ਾਕਰਾਤ ਕਿਹਦੇ ਨਾਲ ਕਰਨ ਡਏ ਨੇ? ਜਿਹਨਾਂ ਨੇ ਅੱਜ ਡੰਡਾ ਫੜਿਆ ਉਹਨਾਂ ਨਾਲ ਮੁਜ਼ਾਕਰਾਤ ਕਰਨ ਡਏ ਨੇ, ਤੇ ਪੰਜਾਬ 'ਚ ਜਿਹੜੇ ਨੇ ਉਹਨਾਂ ਨੜਿੱਤਰ ਮਾਰਨ ਡਏ ਨੇ, ਬਾਹਰ ਉੱਧਰ ਜਾ ਕੇ ਮੁਜ਼ਾਕਰਾਤ ਕਰਨ ਡਏ। ਅੱਛਾ, ਮੁਜ਼ਾਕਰਾਤ ਦਾ ਵੀ ਸਿਲਸਿਲਾ ਪੀਟੀਆਈ ਨੇ ਵੀ ਸ਼ੁਰੂ ਕੀਤਾ, ਪੀਟੀਆਈ ਨੇ ਮੁਜ਼ਾਕਰਾਤ ਹੋ ਰਿਹਾ, ਪੀਟੀਆਈ ਨੇ ਵੀ ਗੱਲਬਾਤ ਹੋ ਰਹੀ। ਅੱਛਾ, ਇੱਕ ਐਸੀ ਵੱਡੀ ਗੇਮ ਹੈ, ਇਹ ਐਸਾ ਇਹਨਾਂ ਨੇ ਸਾਡੇ ਇਰਦ ਗਿਰਦ ਜਾਲ ਬੁਣਿਆ ਕਿ ਸਾਡੀ ਕਿਆਦਤ ਜਿਹੜੀ ਉਹਨੂੰ ਸਮਝ ਨਹੀਂ ਲੱਗਣ ਡਈ। ਨਾ ਲੀਮੀਨ ਗੰਡਾਪੁਰ ਨੂੰ ਸਮਝ ਲੱਗਣ ਡਈ ਹੈ, ਨਾ ਉਹਨਾਂ ਨੂੰ ਦੂਜਿਆਂ ਸਮਝ ਲੱਗਣ ਡਈ ਵੀ ਤੁਸੀਂ, ਤੁਹਾਨੂੰ ਲੱਗਣ ਡਿਆ ਵੀ ਤੁਸੀਂ ਬੜੇ ਸਿਆਣੇ ਹੋ, ਵੀ ਤੁਹਾਨੂੰ ਹੁਣ ਤੇ ਕਰੀ ਨਹੀਂ ਪਤਾ ਲੱਗਾ ਕਿ ਤੁਹਾਨੂੰ ਗੱਲਾਂ 'ਚ ਲਾ ਕੇ ਕਿ ਤੁਸੀਂ ਅੱਛਾ ਹਫ਼ਤੇ ਬਾਅਦ ਇਹਤਜਾਜ ਕਰ ਲੈਣਾ, ਤੁਸੀਂ ਪ੍ਰੋਟੈਸਟ ਜਿਹੜਾ ਨਾ ਕੋਈ 10 ਦਿਨ ਅੱਗੇ ਕਰ ਲਓ, ਕੋਈ 5 ਦਿਨ ਅੱਗੇ ਕਰ, ਵੀ ਕੱਢ ਲਈ ਅੱਗੇ ਪਿੱਛੇ ਕਰ, ਜਿਹੜਾ ਕਰਨਾ ਜਿਹੜਾ ਕੱਢਣਾ ਕੱਢ ਲਓ, ਰੌਲਾ ਕਾਹਦਾ?
ਕਿ 10 ਦਿਨ ਇੰਜ ਕਰੋ ਤੇ 5 ਦਿਨ ਉਂਝ ਕਰ ਲਓ। ਹਾਲਤ ਇਹਨਾਂ ਦੀ ਇਹ ਹੋ ਚੁੱਕੀ ਹੈ। ਸਰਸਰੀ ਜੀ ਗੱਲ ਤੈਨੂੰ ਹੋਰ ਦੱਸਾਂ, ਹਾਲਤ ਇਹ ਚੁੱਕੀ ਹੋਈ, ਖਾਨ ਸਾਹਿਬ ਨੂੰ ਪਹਿਲੇ ਕਹਿੰਦੇ ਸਨ ਜੀ 5 ਸਾਲ ਚੁੱਪ ਕਰ ਜਾਓ, ਖਾਨ ਸਾਹਿਬ ਨਹੀਂ ਮੰਨੇ, ਮੁੜ ਕੇ ਕਹਿਣ ਲੱਗੇ ਜੀ 3 ਸਾਲ ਹੀ ਚੁੱਪ ਕਰ ਜਾਓ ਤੇ ਫਿਰ ਤੁਹਾਨੂੰ ਅਸੀਂ ਕੱਢ ਦਿਆਂਗੇ, ਅਸੀਂ ਇੰਜ ਕਰ ਦੇਂਗੇ ਉਂਝ ਕਰ ਦੇਂਗੇ। ਖਾਨ ਸਾਹਿਬ ਨੇ ਵੀ ਨਹੀਂ ਗੱਲ ਮੰਨੀ। ਫਿਰ ਕਹਿਣ ਲੱਗੇ ਜੀ ਅੱਛਾ ਤੁਸੀਂ ਸਾਲ ਬਾਅਦ ਚੁੱਪ ਕਰ ਜਾਓ, ਉਹ ਵੀ ਨਹੀਂ ਖਾਨ ਸਾਹਿਬ ਨੇ ਗੱਲ ਮੰਨੀ। ਉਹਨੇ ਕਿਹਾ ਜੀ ਨਹੀਂ, ਮੈਨੂੰ ਤੁਸੀਂ ਜਿੱਥੇ ਪਿਆ ਮੈਨੂੰ ਉੱਥੇ ਪਿਆ ਰਹਿਣਾ ਦਿਓ, ਜੇ ਤੁਸੀਂ ਮੈਨੂੰ ਰੱਖਿਆ, ਮੈਂ ਤਾਂ ਨਹੀਂ ਕਿਸੇ ਨਾਲ ਕੋਈ ਸੌਦੇਬਾਜ਼ੀ ਨਹੀਂ। ਤੇ ਹੁਣ ਕੀ ਕਹਿਣ ਡਏ ਨੇ? ਹੁਣ ਕਹਿਣ ਡਏ ਨੇ ਕਿ ਤੁਹਾਨੂੰ ਅਸੀਂ ਬਾਹਰ ਕੱਢ ਦੇਣਾ 6 ਮਹੀਨੇ ਵਾਸਤੇ, ਇਹਨਾਂ ਤੁਸੀਂ 6 ਮਹੀਨੇ ਵਾਸਤੇ ਤੁਸੀਂ ਬੋਲਣਾ ਨਹੀਂ। ਯਾਨੀ ਇਹ ਇਹਨਾਂ ਦਾ ਦਿਮਾਗ ਹੈ। ਤੁਹਾਡੇ ਕੋਲ ਪਲਾਨ ਹੀ ਕੋਈ ਨਹੀਂ, ਤੁਹਾਡੇ ਕੋਲ ਚੀਜ਼ ਹੀ ਕੋਈ ਨਹੀਂ, ਸ਼ੈ ਹੀ ਕੋਈ ਨਹੀਂ। 5 ਸਾਲ ਤੋਂ ਸ਼ੁਰੂ ਹੋਈ, 6 ਮਹੀਨੇ ਤੇ ਆ ਗਏ ਨੇ। ਅੱਛਾ, ਇਹ 5 ਸਾਲ ਤੋਂ ਸ਼ੁਰੂ ਹੋ ਗਿਆ, 6 ਮਹੀਨੇ ਆ ਗਏ ਨਾ, ਇਹ ਸਾਡੇ ਵਾਸਤੇ ਬੜੀ ਫਾਇਦੇ ਵਾਲੀ ਗੱਲ ਹੈ। ਸਾਨੂੰ ਇੱਕ ਚੀਜ਼ ਨੂੰ ਸਮਝਣਾ ਚਾਹੀਦਾ, ਆਵਾਮ ਦੀ ਗੱਲ ਕਰ ਰਹੇ ਹਾਂ ਕਿ ਆਵਾਮ ਨੂੰ ਸਮਝਣਾ ਚਾਹੀਦਾ ਕਿ ਸਾਡੇ ਬੜੇ ਫਾਇਦੇ ਦੀ ਗੱਲ ਹੈ ਕਿ ਇਹਨਾਂ ਦੇ ਹੁਣ ਜਿਹੜੇ ਨਾ ਸੱਤੂ ਮੁੱਕੇ ਆ, ਇਹਨਾਂ ਦੀ ਕਹਾਣੀ ਮੁੱਕ ਗਈ ਹੋਈ ਹੈ, ਇਹਨਾਂ ਦੀ ਕਹਾਣੀ ਬਿਲਕੁਲ ਮੁੱਕ ਗਈ ਹੋਈ ਹੈ। ਹੁਣ ਇਹ ਬਿਲਕੁਲ ਨੁਕਰੇ ਲੱਗੇ ਆ। ਜਿਹੜੇ ਪੰਜੀਆਂ ਨੂੰ ਸਜ਼ਾਵਾਂ ਹੋਈਆਂ ਨਾ, ਇਹ ਤੋਂ ਪਰੇਸ਼ਾਨ ਨਹੀਂ ਹੋਣਾ। ਇਹ ਜਿਹੜੇ ਬੰਦੇ ਮਾਰ ਲਏ ਉੱਥੇ ਪਰੇਸ਼ਾਨ ਨਹੀਂ ਹੋਣਾ। ਰਾਤ ਨੂੰ ਜਿਹੜੇ ਮਾਰੇ ਉਹਦੇ ਖਬਰਾਂ ਹੋਰ ਵੀ ਆਉਣ ਡੀਆਂ ਨੇ, ਬੜੀ ਖਤਰਨਾਕ ਖਬਰਾਂ ਆਉਣ ਡੀਆਂ ਨੇ। ਅੱਛਾ, ਖਬਰ ਇੱਕ ਹੋਰ ਵੀ ਇਹ ਵੀ ਆਈ ਹੈ ਕਿ ਪੁਲਿਸ ਨੇ ਜਵਾਬ ਦੇ ਦਿੱਤਾ, ਫੌਜੀ ਜਿਹੜੇ ਸਨ ਚੱਕਦੇ ਪਏ ਸਨ ਤੇ ਇੱਕ ਬ੍ਰਿਗੇਡੀਅਰ ਸਾਹਿਬ ਨੇ ਚੁੱਕੀ ਬੰਦੂਕ, ਉਹਨੇ ਕਹਿੰਦਾ ਜੀ ਮੈਂ ਮਾਰ ਲੱਗਾ ਜੀ ਚਲਾਣ, ਉਹਨੂੰ ਵੇਖਾ ਵੇਖੀ ਫਿਰ ਉਹਨਾਂ ਨੇ ਬੰਦੇ ਮਾਰਨੇ ਸ਼ੁਰੂ ਕੀਤੇ। ਉਹਨਾਂ ਨੇ ਜਿੰਨਾ ਫਾਇਰਿੰਗ ਸ਼ੁਰੂ ਕੀਤੀ ਤੇ ਉਹਨਾਂ ਨੇ ਬੰਦੇ ਮਾਰੇ ਤੇ ਬੰਦੇ ਮਾਰ ਕੇ ਤੇ ਟਰੱਕਾਂ 'ਚ ਪਾ ਕੇ ਤੇ ਖੱਬੇ ਸੱਜੇ ਲੈ ਕੇ ਤੇ ਸਵੇਰੇ ਉਹਨਾਂ ਜਨਾਬ ਲਿਆ ਕੇ ਤੇ ਸਾਰਾ ਧੋਤਾ। ਜਿਹੜਾ ਖੂਨ ਡਿੱਗਾ ਸੀ ਉੱਥੇ ਖੂਨ ਲੱਗਾ, ਜਿੱਥੇ ਲੱਗਿਆ ਉਹਨੇ ਸਾਰਾ ਧੋੜਤਾ। ਜਿੱਥੇ ਅੱਗ ਲੱਗਣੀ ਸੀ ਉੱਥੇ ਅੱਗ ਵੀ ਲਾਤੀ ਉਹਨਾਂ ਨੇ ਟਰੱਕਾਂ ਨੂੰ। ਉਹ ਬੀਬੀ ਜਿੱਥੇ ਬੁਸ਼ਰਾ ਬੀਬੀ ਜਿੱਥੇ ਟਰੱਕ ਨੂੰ ਅੱਗ ਵੀ ਇਹਨਾਂ ਨੇ ਆਪ ਹੀ ਲਾਈ ਤੇ ਇਹ ਸਾਰੀ ਕਹਾਣੀ ਕੀਤੀ। ਅੱਛਾ ਸਰ, ਹੁਣ ਸਾਡੇ ਕੋਲ ਆਪਸ਼ਨ ਕੀ ਹੈ? ਆਪਸ਼ਨ ਸਰ ਇਹ ਹੈ ਕਿ ਸਾਡੇ ਕੋਲ 2 ਆਪਸ਼ਨ ਆ। ਪੀਟੀਆਈ ਦੇ ਕੋਲ, KPK ਦੇ ਕੋਲ 2 ਆਪਸ਼ਨ ਆ। ਪੰਜਾਬੀਆਂ ਕੋ ਵੀ ਲਾ ਲਓ, ਪਾਕਿਸਤਾਨ ਕੋ 2, ਇਦਾਂ ਗੱਲ ਕਰ ਲੈਂਦੇ ਵੀ ਪਾਕਿਸਤਾਨ ਕੋ 2 ਆਪਸ਼ਨ ਆ। ਇੱਕ ਹੈ ਕਿ ਬੰਦੂਕ ਚੁੱਕ ਲਓ ਕਿਉਂਕਿ ਆਖਰੀ ਹਰਬਾ, ਜਾਂ ਫਿਰ ਇਹ ਹੈ ਕਿ ਸਿਵਲ ਨਾਫਰਮਾਨੀ ਦੀ ਤਹਿਰੀਕ ਜਿਹੜੀ ਹੈ ਨਾ ਉਹ ਸ਼ੁਰੂ ਕੀਤੀ ਜਾਏ। ਅੱਛਾ, ਸਿਵਲ ਨਾਫਰਮਾਨੀ ਦੀ ਜਿਹੜੀ ਤਹਿਰੀਕ ਹੈ ਨਾ, ਇਹਨੂੰ ਲੋਕੀ ਪਤਾ ਨਹੀਂ ਕੀ ਸਮਝਣ ਡਏ। ਮੈਂ ਉਹਨੂੰ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ, ਦੱਸਣਾ ਚਾਹੁੰਦਾ ਸਿਵਲ ਨਾਫਰਮਾਨੀ ਦੀ ਤਹਿਰੀਕ ਹੁੰਦੀ ਕੀ ਹੈ। ਉਹਦਾ ਸਰ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਜੀ ਨਾਨ ਵਾਇਲੈਂਟ ਐਕਟ ਆਫ ਪ੍ਰੋਟੈਸਟ। ਇੱਕ ਐਸਾ ਇਹਤਜਾਜ ਦਾ ਤਰੀਕਾ ਜਿਹਦੇ ਦੇ ਵਿੱਚ ਤਸ਼ੱਦਦ ਕੋਈ ਨਹੀਂ, ਮਾਰ ਕੁਟਾਈ ਕੋਈ ਨਹੀਂ। that involves breakings of law and regulations or policies to bring the change। ਅੱਛਾ ਜੀ, ਤੁਸੀਂ ਕੰਮ ਇਹ ਕਰਨਾ ਹੈ ਕਿ ਤੁਸੀਂ ਲੜਨਾ ਕਿਸੇ ਨਾਲ ਕੋਈ, ਤੁਸੀਂ ਖਾਮੋਸ਼ੀ ਦੇ ਨਾਲ ਕਾਨੂੰਨ ਇਸ ਤਰੀਕੇ ਨਾਲ ਤੋੜਨਾ ਹੈ ਕਿ ਤੁਹਾਨੂੰ ਕਿਸੇ ਦੀ ਕੋਈ ਜਾਨ ਨੂੰ ਵੀ ਖਤਰਾ ਨਾ ਹੋਵੇ, ਕਿਸੇ ਤੇ ਨੁਕਸਾਨ। ਮਸਲਾ ਇਹ ਕਿ ਤੁਸੀਂ ਗੱਡੀ ਥੱਲੇ ਬੰਦਾ ਦੇ, ਇਹ ਵੀ ਕਾਨੂੰਨ ਤੋੜਿਆ ਸੀ ਲੇਕਿਨ ਗੱਡੀ ਥੱਲੇ ਬੰਦਾ ਦਿੱਤਾ ਤੇ ਬੰਦਾ ਤਾਂ ਮਰ ਗਿਆ ਜਾਂ ਉਹਨੂੰ ਸੱਟਾਂ ਸੁੱਟਣ ਲੱਗ ਗਈਆਂ, ਤੁਸੀਂ ਉਹ ਨਹੀਂ ਕਰਨਾ। ਨੌਨ ਵਾਇਲੈਂਸ ਇਹਤਜਾਜ ਇਸ ਕਿਸਮ ਦਾ ਕਰਨਾ ਤੁਸੀਂ ਕਿ ਜਿਹਦੇ ਨਾਲ ਕਾਨੂੰਨ ਤੇ ਟੁੱਟੇ ਲੇਕਿਨ ਤਕਲੀਫ ਉਹਨੂੰ ਜਿਹੜੀ ਸਿਰਫ ਗਵਰਨਮੈਂਟ ਨੂੰ ਹੋਵੇ। ਫੋਰ ਐਗਜ਼ਾਮਪਲ, ਮਿਸਾਲ ਦੇ ਤੌਰ ਤੇ ਹੈ ਵੀ ਤੁਸੀਂ ਬਿਜਲੀ ਦਾ ਬਿੱਲ ਨਹੀਂ ਦੇਣਾ, ਉਹਨੇ ਬਿਜਲੀ ਦੇ ਬਿੱਲ ਨਹੀਂ ਦੇਣਾ, ਕਾਨੂੰਨ ਤੋੜਿਆ ਤੁਸੀਂ, ਉਹਦੀ ਸਜ਼ਾ ਹੈ ਤੁਹਾਡਾ ਬਿਜਲੀ ਦਾ ਬਿੱਲ ਕੱਟ ਦੇਣਗੇ। ਤੁਸੀਂ ਉਹਦੇ ਵਾਸਤੇ ਸਜ਼ਾ ਵਾਸਤੇ ਤਿਆਰ ਵੀ ਰਹਿਣਾ। ਸਜ਼ਾ ਇਹ ਜੀ ਬਿਜਲੀ ਦਾ ਬਿੱਲ ਕੱਟ ਦੇਣਗੇ, ਤੁਹਾਡੀ ਬਿਜਲੀ ਦੇ ਬਿੱਲ ਨਹੀਂ, ਜੇ ਤੁਹਾਡੇ ਮੀਟਰ ਕੱਟ ਦੇਣਗੇ। ਤੁਸੀਂ ਇਹਦੇ ਵਾਸਤੇ ਤਿਆਰ ਰਹਿਣਾ, ਤੁਹਾਡਾ ਮੀਟਰ ਕੱਟਿਆ ਜਾ ਸਕਦਾ, ਤੁਹਾਡੀ ਗੈਸ ਬੰਦ ਹੋ ਸਕਦੀ। ਪਹਿਲੇ ਤੁਹਾਨੂੰ ਬਿਜਲੀ ਨਹੀਂ ਆਉਣ ਡਈ, ਗੈਸ ਤੁਹਾਡੀ ਪਹਿਲੇ ਨਹੀਂ ਆਉਂਦੀ, ਇੰਟਰਨੈਟ ਤੁਹਾਡੇ ਪਹਿਲੇ ਨਹੀਂ ਆਉਣ ਡਿਆ, ਤੇ ਤੁਹਾਨੂੰ ਰੌਲਾ ਕਾਹਦਾ? ਮੇਰਾ ਖਿਆਲ ਹੈ ਕਿ ਬੜਾ ਅੱਛਾ ਜਿਹਾ ਇਹ ਤਰੀਕਾ ਸਿਵਲ ਨਾਫਰਮਾਨੀ ਦਾ। ਔਰ ਇਹਦੀ ਫਾਇਦੇ ਦਾ ਇਹ ਹੈ ਕਿ ਇਹਦੇ ਨਾਲ ਅਸਰ ਪੈਂਦਾ ਗਵਰਨਮੈਂਟ ਦੇ ਖਜ਼ਾਨੇ ਤੇ। ਅੱਛਾ ਜੀ, ਥੋੜਾ ਜਿਹਾ ਮੈਂ ਰਿਸਰਚ ਕਰਨ ਡਿਆ ਸੀ, ਇਹਨੂੰ ਵੇਖਣ ਡਿਆ ਸੀ ਥੋੜਾ ਜਿਹਾ ਕਿ ਗੋਰੇ ਇਹਨੂੰ ਕਿੱਦਾਂ ਦੇਖਦੇ ਆ ਤੇ ਪਾਕਿਸਤਾਨੀ ਨੂੰ ਕਿਵੇਂ ਹੋਣਾ ਚਾਹੀਦਾ। ਖਾਨ ਸਾਹਿਬ ਦੀ ਕੀ ਐਂਬੀਸ਼ਨਸ ਆ, ਖਾਨ ਸਾਹਿਬ ਕਿੱਦਾਂ ਦੇਖਦੇ ਆ, ਖਾਨ ਸਾਹਿਬ ਕੀ ਸਮਝਦੇ ਆ ਕਿ ਇਹਨੂੰ ਨੌਨ ਵਾਇਲੈਂਸ ਨੂੰ, ਇਹਨੂੰ ਜਿਹੜੀ ਹੈ ਇਹਨੂੰ ਸਿਵਲ ਨਾਫਰਮਾਨੀ ਦੀ ਜਿਹੜੀ ਤਹਿਰੀਕ ਹੈ ਨਾ ਸਰ, ਇਸ ਤੋਂ ਅੱਛੀ ਔਰ ਇਸ ਤੋਂ ਖਾਮੋਸ਼ ਤਹਿਰੀਕ ਜਿਹੜੀ ਹੈ ਨਾ ਹੋ ਨਹੀਂ ਸਕਦੀ। ਦੇਖੋ, ਇਹਨਾਂ ਦੀ ਧੌਣ ਜਿਹੜੀ ਹੈ ਨਾ ਖਾਨ ਸਾਹਿਬ ਦੇ ਹੱਥ 'ਚ, ਔਰ ਹੱਥ ਅਸੀਂ ਕਰਨੇ ਮਜ਼ਬੂਤ। ਉਹਦਾ ਬਿਹਤਰੀਨ ਤਰੀਕਾ ਹੈ ਕਿ ਐਤਵਾਰ ਵਾਲੇ ਦਿਨ ਤੋਂ ਤੁਸੀਂ ਹੁਣ ਬਾਹਰ ਜਿਹੜੇ ਬੰਦੇ ਬੈਠੇ ਆ ਉਹਨਾਂ ਨੇ ਸਾਰੀ ਤਹਿਰੀਕ ਦਾ ਆਗਾਜ਼ ਉੱਥੋਂ ਹੋਣਾ, ਬਾਹਰਲਿਆਂ ਤੋਂ, ਸਾਡੇ ਲੋਕਾਂ ਕੋਲ ਹੋਣਾ। ਅਸੀਂ ਹੁਣ ਜਿਹੜੇ ਪਾਕਿਸਤਾਨ ਪੈਸੇ ਨਹੀਂ ਜੀ ਭੇਜਣੇ। ਮੈਂ ਵੀ ਵਾਅਦਾ ਕਰਦਾ ਕਿ ਮੈਂ ਬੈਂਕਿੰਗ ਚੈਨਲ ਤੋਂ ਪੈਸੇ ਕੋਈ ਪਾਕਿਸਤਾਨ ਨਹੀਂ ਭੇਜਣੇ। ਤੁਸੀਂ ਵੀ ਇਹ ਚੀਜ਼ ਦਾ ਫੈਸਲਾ ਕਰ ਲਓ ਕਿ ਤੁਸੀਂ ਬੈਂਕਿੰਗ ਚੈਨਲ ਤੋਂ ਪਾਕਿਸਤਾਨ ਪੈਸਾ ਕੋਈ ਨਹੀਂ ਭੇਜਣਾ। ਇਹ ਹੈ ਪਹਿਲਾ ਸਟੈਪ। ਪਹਿਲਾ ਸਟੈਪ ਜਿਹੜਾ ਨਾ ਉਹਦਾ ਇਹ ਹੈ ਕਿ ਤੁਸੀਂ ਹੁਣ ਪਾਕਿਸਤਾਨ ਪੈਸਾ ਨਹੀਂ ਕੋ ਭੇਜਣਾ, ਤੇ ਜਿਹੜੀ ਕੋਈ ਇਨਵੈਸਟਮੈਂਟ ਉੱਥੇ ਕੀਤੀ ਤੇ ਨਵੀਂ ਇਨਵੈਸਟਮੈਂਟ ਤੁਸੀਂ ਕੋਈ ਨਹੀਂ ਕਰਨੀ, ਨਵਾਂ ਕਾਰੋਬਾਰ ਕੋਈ ਨਹੀਂ ਲਾਣਾ, ਬੈਰੀਅਰਸ ਤੋੜਨ ਦੀ ਜਗ੍ਹਾ ਪਲਾਟ ਪਲੂਟ ਕੋਈ ਨਹੀਂ ਖਰੀਦਣਾ। ਔਰ ਪਾਕਿਸਤਾਨ ਜਿਹੜੇ ਜੋ ਲੋਕ ਬੈਠੇ ਉਹਨਾਂ ਬਾਈਕਾਟ ਜਾਰੀ ਰੱਖਣਾ। ਜਿੱਥੇ ਤੁਸੀਂ 2 ਚੀਜ਼ਾਂ, ਹਰ ਚੀਜ਼ ਲੱਭ ਕੇ ਅੱਜ ਕੱਲ੍ਹ ਇੰਟਰਨੈਟ ਦਾ ਦੌਰ ਆ, ਤੁਹਾਨੂੰ ਹਰ ਸ਼ਾ ਲੱਭ ਜਾਣੀ ਤੁਹਾਡੇ ਸਾਹਮਣੇ ਆਏਗੀ, ਨਹੀਂ ਉਹ ਲੱਭ ਕੇ ਤੁਸੀਂ ਇਹਨਾਂ ਦਾ ਬਾਈਕਾਟ ਕਰਨਾ। ਇਹਨਾਂ ਫੌਜੀਆਂ ਦਾ ਤੁਹਾਡੇ ਘਰ ਆ ਕੇ ਕਿਸੇ ਨੇ ਚੈੱਕ ਨਹੀਂ ਕਰਨਾ ਵੀ ਇਹਨੇ ਸਮਾਨ ਲਿਆ ਨਹੀਂ ਲਿਆ, ਇਹਨੇ ਸੀਰੀਅਲ ਖਾਦਾ ਨਹੀਂ ਖਾਦਾ, ਨੂਰਪੁਰ ਦਾ ਬਟਰ ਲਿਆ ਨਹੀਂ ਲਿਆ, ਕੁਕੜੀ ਸਾਡੀ ਇਸਤੇਮਾਲ ਕੀਤੀ,
ਘਿਓ ਕਿਤੋਂ ਲਿਆ, ਕਿਸੇ ਨੇ ਨਹੀਂ ਆ ਕੇ ਤੁਹਾਡੇ ਪੁੱਛਣਾ। ਤੁਸੀਂ ਇਹ ਇੱਕ ਬਿਹਤਰੀਨ ਤਰੀਕਾ ਹੈ ਇਹਨਾਂ ਦੀ ਕੰਡ ਲਾਉਣ ਦਾ, ਇਹਨਾਂ ਨੂੰ ਥੱਲੇ ਸਿੱਟਣ ਦਾ, ਢਾਣ ਦਾ ਇੱਕੋ ਅੱਛਾ ਤਰੀਕਾ ਹੋਰ ਕੋਈ ਹੈ ਨਹੀਂ। ਬਾਹਰੋਂ ਜਿਹੜੇ ਪਾਕਿਸਤਾਨੀ ਜ਼ੋਰ ਲਾਉਣਗੇ ਉਹ ਬਾਈਕਾਟ ਕਰਨਗੇ, ਅੰਦਰੋਂ ਤੁਸੀਂ ਜ਼ੋਰ ਲਾਓਗੇ। ਜਿਸ ਤਰ੍ਹਾਂ ਅੱਗੇ ਵਧਾਂਗੇ, 2 ਦਿਨ ਬਾਅਦ, 3 ਦਿਨ ਬਾਅਦ, 4 ਦਿਨ, ਹਫ਼ਤੇ ਬਾਅਦ ਤੁਹਾਨੂੰ ਕਿਹਾ ਜਾਏਗਾ ਕਿ ਬਿਜਲੀ ਦੇ ਬਿੱਲ ਨਹੀਂ ਜਮ੍ਹਾਂ ਕਰਨੇ। ਸਾਰੀ ਕੌਮ ਬਿਜਲੀ ਦਾ ਬਿੱਲ 1 ਮਹੀਨੇ ਦਾ ਜਮ੍ਹਾਂ ਨਾ ਕਰਾਵੇ, ਗੱਲ ਮੁੱਕੀ। ਬਿਜਲੀ ਦੇ ਬਿੱਲ ਆਉਂਦੇ ਤਾਂ ਕੱਟ ਜਾਣ। ਕਿੰਨੇ ਕੁ ਇਹਨਾਂ ਕੋਲ ਲਾਈਨਮੈਨ ਨੇ, ਤੇ ਕਿੰਨੀਆਂ ਕੁ ਬਿਜਲੀਆਂ ਕੱਟਣ ਦੇ ਉਹਨਾਂ ਨੇ ਬਿਜਲੀ। ਗੈਸ ਆ ਕੇ ਕੱਟ ਜਾਣੇ, ਕੱਟ ਲੈਣ ਦਿਓ ਗੈਸ ਦੀ, ਆਪਣਾ ਬੰਦੋਬਸਤ ਕਰਕੇ ਰੱਖੋ, ਤੁਸੀਂ ਚੀਜ਼ਾਂ ਕਰਕੇ ਰੱਖੋ। ਇਸ ਚੋਂ ਤੁਹਾਡੇ ਘਰਾਂ ਤੋਂ ਬੰਦੇ ਨਹੀਂ ਚੁੱਕੇ ਜਾ ਸਕਦੇ, ਤੁਹਾਨੂੰ ਬੰਦਿਆਂ ਨੂੰ ਚੁੱਕ ਨਹੀਂ ਜਾ ਸਕਦੇ। ਇਹ ਇੱਕ ਇਹਦਾ ਨਾਨ ਵਾਇਲੈਂਸ ਤਰੀਕਾ ਹੈ। ਸਿਵਲ ਨਾਫਰਮਾਨੀ ਤੋਂ ਇਲਾਵਾ ਸਾਡੇ ਕੋਲ ਹੋਰ ਆਪਸ਼ਨ ਕੋਈ ਨਹੀਂ ਹੈ। ਜਾਂ ਫਿਰ ਬੰਦੂਕਾਂ ਚੁੱਕ ਲਓ, ਜਾਂ ਫਿਰ ਬੰਦੂਕਾਂ ਚੁੱਕੋ ਤੇ ਇਸਲਾਮਾਬਾਦ ਨੂੰ ਤੁਰ ਪਾਓ, ਸਿਵਲ ਵਾਰ ਦੀ ਕੰਡੀਸ਼ਨ ਹੋ ਜਾਏਗੀ। ਲੇਕਿਨ ਮੇਰਾ ਖਿਆਲ ਹੈ ਕਿ ਇਸ ਵੇਲੇ ਸਾਨੂੰ ਖਾਨ ਸਾਹਿਬ ਦੀ ਜਿਹੜੀ ਤਹਿਰੀਕ ਹੈ, ਇਤਵਾਰ ਵਾਲੇ ਦਿਨ ਤੋਂ ਇਹਦੇ ਨਾਲ ਰਲਣਾ ਚਾਹੀਦਾ। ਇਹਦੇ ਨਾਲ ਰਲਾਂਗੇ ਤੇ ਗੱਲ ਬਣੇਗੀ, ਇਹਦੇ ਨਾਲ ਚੱਲਾਂਗੇ ਤੇ ਅੱਗੇ ਗੱਲ ਬਣੇਗੀ। ਇਹਨੂੰ ਮਜ਼ਾਕ ਨਾ ਸਮਝਾ ਜਿਓ। ਪਿੰਡਾਂ 'ਚ ਰਹਿਣ ਵਾਲੇ ਜਿਹੜੇ ਲੋਕ ਨੇ, ਜਿਹੜਾ ਦਿਹਾਤ 'ਚ ਰਹਿਣ ਵਾਲੇ ਲੋਕ, ਯੂਰੀਆ ਜਿਹੜੀ ਕੋਈ ਫੌਜੀ ਫਰਟੀਲਾਈਜ਼ਰ ਦੀ ਕੰਪਨੀ ਦੀ ਉੱਥੋਂ ਦੀ ਕੋਈ ਖਾਦ ਆ, ਉਹਨੂੰ ਲੈਣਾ ਬੰਦ ਕਰ ਦਿਓ। ਜਿੱਥੇ ਇੰਨੇ ਦਿਨ ਲੰਘ ਗਏ ਉੱਥੇ ਮਹੀਨੇ 2 ਹੋਰ ਵੀ ਲੰਘ ਜਾਣੇ, ਕੋਈ ਕਿਆਮਤ ਨਹੀਂ ਜੀ ਆਉਣ ਲੱਗੀ। ਮੈਂ ਦੇਖਿਆ, ਸਾਰੀ ਜ਼ਿੰਦਗੀ ਦੇਖਿਆ, ਕੁਛ ਨਹੀਂ, ਕੋਈ ਨਹੀਂ ਮਰਨ ਲੱਗਾ 3 ਮਹੀਨਿਆਂ ਦੇ ਵਿੱਚ, ਤੇ ਨਾ ਕੋਈ ਬੂਟੇ ਲੱਗਣ ਲੱਗੇ। ਅੱਗੇ ਵੀ ਤਾਂ ਭੁੱਖੇ ਮਰਨ ਡਏ ਆ ਨਾ, ਅੱਗੇ ਕਿਹੜਾ ਕੋਈ ਬੜੀਆਂ ਕੋਈ ਦੁੱਧ ਦੇ ਦੀਆਂ ਨਹਿਰਾਂ ਵਗਣ ਡਈਆਂ ਜਿਹਦੇ 'ਚ ਅਸੀਂ ਤਰਦੇ ਫਿਰਦੇ ਹਾਂ। ਐਸੀ ਕੋਈ ਕਹਾਣੀ ਨਹੀਂ ਹੈ। ਸੋ ਤੁਸੀਂ, ਸਾਡੇ ਕੋਲ ਆਪਸ਼ਨ ਕੋਈ ਨਹੀਂ ਹੈ, ਸਿਵਲ ਨਾਫਰਮਾਨੀ ਤਰੀਕ ਚੱਲਣੀ ਹੈ, ਬਸ ਦੈਟਸ ਇਟ। ਹੋਰ ਕੋਈ ਮਸਲਾ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਇਹ ਜਿਹੜੇ ਬੰਦੇ ਨੂੰ ਸਜ਼ਾਵਾਂ ਦਿੱਤੀਆਂ, ਇਸ ਤੋਂ ਬੜਾ ਜ਼ੁਲਮ ਕੋਈ ਹੋ ਨਹੀਂ ਸਕਦਾ। ਇਹ ਦਿਨ ਬ ਦਿਨ ਜਿਹੜਾ ਨਾ ਹੁਣ ਸਾਡੇ ਇਹ ਕਰਨ ਤੇ ਮਜਬੂਰ ਹੋ ਚੁੱਕੇ ਆ। ਇਹ ਫੈਸਲਾ ਇੰਨੇ ਅਰਸੇ ਦਾ ਕਿਉਂ ਨਹੀਂ ਸੀ ਕਰਨ ਡਏ? ਹੁਣੇ ਵੇ ਹੱਥ ਪੈਰ ਮਾਰਨ ਡਏ ਨੇ। ਇਹ ਮੌਨਸਟਰ ਜਿਹੜਾ ਵੱਡਾ ਜਿੰਨ ਹੈ, ਕਾਬੂ ਆ ਗਿਆ। ਖਾਨ ਸਾਹਿਬ ਦੇ ਸਾਡੇ ਕਾਬੂ ਆ ਚੁੱਕਾ। ਇਹ ਹੁਣ ਥੋੜੇ ਦਿਨ ਬਾਕੀ ਨੇ। ਫਿਰ ਤੁਸੀਂ ਡਿਵੈਲਪਮੈਂਟ ਨਵੀਂ ਦੇਖਦੇ ਪਏ ਹੋ। ਬਾਹਰ ਅਮਰੀਕਾ ਨੂੰ ਇਹਨਾਂ ਨੇ ਵੈਰ ਪਾ ਲਿਆ। ਅਮਰੀਕਨ ਜਿਹੜੇ ਬੰਦੇ ਸੀ, ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਬਣਨ ਵਾਲਾ ਟਰੰਪ, ਉਹਦੇ ਆਸੇ ਪਾਸੇ ਜਿਹੜੇ ਬੰਦੇ ਉਹਨਾਂ ਨਾਲ ਵੈਰ ਪਾ ਲਿਆ। ਉਹ ਕਿਸੇ ਨੂੰ ਕੁਛ ਕਹਿ ਦਿੱਤਾ, ਕਿਸੇ ਨੂੰ ਕੁਛ ਕਹਿ ਦਿੱਤਾ, ਕਿਸੇ ਨੂੰ ਜੁਗਤ ਮਾਰਤੀ, ਕਿਸੇ ਨੂੰ ਗੱਲ ਕਰ ਲਈ, ਉਹਨਾਂ ਨੇ ਆਪਣਾ ਵੈਰ ਪਾ ਲਿਆ। ਤੇ ਦੁਨੀਆ ਤੇ ਵੀ ਆਵਾਜ਼ਾਂ ਆਉਣ ਡੀਆਂ। ਤਾਂ ਇਹ ਸਾਰਾ ਕੁਛ ਰਲੇਗਾ ਉਦੋਂ ਜਦੋਂ ਸਾਡੀ ਸਿਵਲ ਨਾਫਰਮਾਨੀ ਦੀ ਤਹਿਰੀਕ ਚੱਲੇਗੀ, ਤੇ ਫਿਰ ਇਹ ਗੋਡਿਆਂ ਤੇ ਆਉਣਗੇ, ਫਿਰ ਥੱਲੇ ਆਉਣਗੇ, ਫਿਰ ਸਾਡੀ ਗੱਲ ਸੁਣਨੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ਬਹੁਤ ਇੰਪੋਰਟੈਂਟ ਗੱਲ ਹੈ, ਬੜੀ ਖਾਸ ਗੱਲ ਹੈ। ਮੂੰਹ 'ਚ ਮੇਰੀ ਅੰਗਰੇਜ਼ੀ ਨਿਕਲ ਜਾਂਦੀ, ਮਾਫ ਕਰਨਾ। ਇੱਥੇ ਵਲੈਤ 'ਚ ਰਹਿ ਕੇ ਨਾ ਤੇ 4 ਲਫ਼ਜ਼ ਅੰਗਰੇਜ਼ੀ ਦੇ ਸਿੱਖ ਲਿਆ ਤੇ ਮੂੰਹ 'ਚੋਂ ਨਿਕਲ ਐਵੇਂ ਰੁੜਦੇ ਫਿਰਦੇ। ਤੇ ਮੈਂ ਕੋਸ਼ਿਸ਼ ਕਰਾਂਗਾ ਬਿਹਤਰ ਪੰਜਾਬੀ ਬੋਲਾਂ। ਜੇ ਕੋਈ ਮੇਰੇ ਕੋਲ ਘੱਟ ਵੱਧ ਹੋ ਜਾਏ ਤੇ ਮੈਂ ਆਮ ਰੀਲੀ ਸੌਰੀ। ਫਿਰ ਉਹੀ ਗੱਲ, ਮਾਫੀ ਚਾਹਨਾ ਕਿ ਮੇਰੇ ਕੋਲ ਕੋਈ ਅਗਰ ਘੱਟ ਵੱਧ ਹੋ ਜਾਏ। ਬਸ ਇੰਨੀ ਅੰਗਰੇਜ਼ੀ ਹੁਣ ਪਿੰਡਾਂ ਥਾਵਾਂ 'ਚ ਵੀ ਲੋਕਾਂ ਨੂੰ ਆਉਂਦੀ, ਜਿੰਨੀ ਕਿ ਮੈਂ ਬੜੀ ਮੋਟੀ ਬੋਲਦਾ, ਕਿ ਬਹੁਤ ਅੰਗਰੇਜ਼ ਤੇ ਨਹੀਂ ਹੈ। ਪਰ ਐਨੀਵੇ, ਤੇ ਗੱਲ ਇਸ ਤਰ੍ਹਾਂ ਸਰ ਜੀ ਕਿ ਗੱਲਾਂ ਨਿਕਲਦੀਆਂ ਹੌਲੀ ਹੌਲੀ, ਹੈ ਨਾ। ਤੇ ਖੈਰ ਜੀ, ਬਹੁਤ ਆਪਣਾ ਖਿਆਲ ਰੱਖਣਾ, ਔਰ ਸਿਵਲ ਨਾਫਰਮਾਨੀ ਦੀ ਜਿਹੜੀ ਤਹਿਰੀਕ ਹੈ, ਇਹਦਾ ਹਿੱਸਾ ਬਣਨਾ। ਸਾਰੇ ਪਾਕਿਸਤਾਨੀਆਂ ਨੇ, ਸਾਰੇ ਓਵਰਸੀਜ਼ ਨੇ, ਪੂਰੀ ਪਾਕਿਸਤਾਨ ਦੀ ਕੌਮ ਦੇ ਹਿੱਸਾ ਬਣਨਾ। ਔਰ ਇਹਨਾਂ ਲੋਕਾਂ ਨੂੰ ਅਸੀਂ ਤੁੰਨ ਕੇ ਰੱਖਣਾ। ਹੁਣ ਇਹਨਾਂ ਨੂੰ ਤੁੰਨ ਕੇ ਰੱਖਣਾ, ਜੋ ਕਰਨਾ ਸੀ ਇਹਨਾਂ ਕਰ ਲਿਆ। ਹੁਣ ਸਾਡੀ ਵਾਰੀ ਹੈ, ਹੁਣ ਅਸੀਂ ਕਰਕੇ ਦਿਖਾਵਾਂਗੇ। ਆਪਣਾ ਬਹੁਤ ਖਿਆਲ ਰੱਖਿਆ ਜੇ। ਰੱਬ ਰਾਖਾ।